हेलो फ्रेंड्स वेलकम टू द यूट्यूब चैनल सपोर्ट फॉर एजुकेशन। तो इस वीडियो ਵਿੱਚ ਅਸੀਂ ਰੀਡ ਕਰਾਂਗੇ ਚੈਪਟਰ ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ ਜੋ ਕਿ ਡਾਕਟਰ ਕ੍ਰਿਸਚੀਅਨ ਬਰਨਰਡ ਨੇ ਲਿਖਿਆ ਤੇ ਨਾਲ ਦੀ ਨਾਲ ਇਸ ਚੈਪਟਰ ਨੂੰ ਪੰਜਾਬੀ ਵਿੱਚ ਐਕਸਪਲੇਨ ਵੀ ਕਰਾਂਗੇ। ਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। Dr. Christian Bernard created history in the field of medicine with his attempts to transplant the human heart। ਤੇ ਕੀ ਹੋਇਆ ਸੀਗਾ ਕਿ ਜਦੋਂ ਪਹਿਲੀ ਵਾਰ ਹਾਰਟ ਟ੍ਰਾਂਸਪਲਾਂਟ ਹੋਇਆ ਸੀਗਾ ਕਿ ਕਿਸੇ ਇੱਕ ਵਿਅਕਤੀ ਦਾ ਕਿਸੇ ਇੱਕ ਇਨਸਾਨ ਦਾ ਹਾਰਟ ਆ ਦੂਜੇ ਇਨਸਾਨ ਨੂੰ ਪਾਇਆ ਗਿਆ ਸੀਗਾ ਤੇ ਉਹ ਡਾਕਟਰ ਕ੍ਰਿਸਚੀਅਨ ਬਰਨਰਡ ਨੇ ਉਹ ਆਪਰੇਸ਼ਨ ਪਰਫਾਰਮ ਕੀਤਾ ਸੀਗਾ। ਤੇ ਡਾਕਟਰ ਕ੍ਰਿਸਚੀਅਨ ਬਰਨਰਡ ਨੇ ਪਹਿਲਾ ਹਾਰਟ ਟ੍ਰਾਂਸਪਲਾਂਟ ਪਰਫਾਰਮ ਕੀਤਾ ਸੀਗਾ 1967 ਦੇ ਵਿੱਚ। The following passage has been condensed from a speech by him। ਤੇ ਜਿਹੜਾ ਅਸੀਂ ਹੁਣ ਪੈਸੇਜ ਪੜਾਂਗੇ ਉਹ ਕੰਡੈਂਸਡ ਜਿਸ ਦਾ ਅਰਥ ਹੈ ਕਿ ਸ਼ਾਰਟ ਕੀਤਾ ਹੋਇਆ ਤੇ ਉਹਨਾਂ ਦੀ ਹੀ ਸਪੀਚ ਦਾ। ਡਾਕਟਰ ਬਰਨਰਡ ਟਾਕਸ ਅਬਾਊਟ the lesson he took from two brave youngsters about the business of living। ਤੇ ਇਸ ਪਾਠ ਵਿੱਚ ਡਾਕਟਰ ਬਰਨਰਡ ਨੇ ਸਾਨੂੰ ਇਹ ਗੱਲ ਦੱਸੀ ਵੀ ਕੀ ਉਹਨਾਂ ਨੇ ਸਿੱਖਿਆ ਲਈ ਸੀਗੀ ਦੋ ਬਹਾਦਰ ਮੁੰਡਿਆਂ ਤੋਂ ਤੇ ਕੀ ਸਿੱਖਿਆ ਸੀਗਾ ਅਬਾਊਟ the business of living ਵੀ ਜ਼ਿੰਦਗੀ ਕਿਵੇਂ ਜਿਉਣੀ ਹੈ। Those who have a brave and positive attitude in life move forward in spite of physical suffering। ਤੇ ਜਿਹੜੇ ਬੰਦਿਆਂ ਦਾ ਐਟੀਟਿਊਡ ਹੈ ਪੋਜ਼ਿਟਿਵ ਹੁੰਦਾ ਉਹ ਆਪਣੀ ਸਫਰਿੰਗ ਦੇ ਬਾਵਜੂਦ ਹੈ ਅੱਗੇ ਵਧਦੇ ਆ। Instead of crying or complaining, such people defy all pain or agony and become an example for others। ਤੇ ਉਹ ਲੋਕ ਜਿਹੋ ਕਿ ਬਹਾਦਰ ਹੁੰਦੇ ਨੇ ਤੇ ਜਿਨ੍ਹਾਂ ਦਾ ਪੋਜ਼ਿਟਿਵ ਐਟੀਟਿਊਡ ਹੁੰਦਾ ਹੈ ਤੇ ਉਹ ਰੋਣ ਜਾਂ ਕੰਪਲੇਂਟ ਕਰਨ ਦੇ ਬਜਾਏ ਡਿਫਾਈ ਆਲ ਪੇਨ ਐਂਡ ਐਗਨੀ। ਡਿਫਾਈ ਦਾ ਅਰਥ ਹੁੰਦਾ ਇਗਨੋਰ, ਆਪਣੀ ਪੇਨ ਅਤੇ ਆਪਣੇ ਦੁੱਖ ਦਰਦ ਨੂੰ ਇਗਨੋਰ ਕਰ ਦਿੰਦੇ ਨੇ ਤੇ ਬਾਕੀਆਂ ਲਈ ਇੱਕ ਐਗਜ਼ਾਮਪਲ ਉਦਾਹਰਣ ਬਣਦੇ ਨੇ। ਦੇ ਟੀਚ ਯੂ ਦਾ ਰੀਅਲ ਆਰਟ ਆਫ ਲਿਵਿੰਗ ਦਾ ਵੇ ਲਾਈਫ ਸ਼ੁੱਡ ਬੀ ਲਿਵਡ। ਤੇ ਉਹ ਸਾਨੂੰ ਇਹ ਸਿਖਾਉਂਦੇ ਨੇ ਕਿ ਜ਼ਿੰਦਗੀ ਜਿਉਣੀ ਕਿਸ ਤਰ੍ਹਾਂ ਹੈ। ਤੇ ਦੋਸਤੋ ਇਹ ਚੈਪਟਰ ਬਹੁਤ ਇੰਟਰਸਟਿੰਗ ਹੈ। ਹੁਣ ਜਦੋਂ ਅਸੀਂ ਇਸਦੀ ਫਰਦਰ ਰੀਡਿੰਗ ਕਰਾਂਗੇ ਆਪ ਸਾਰਿਆਂ ਨੂੰ ਹੋਰ ਵੀ ਵਧੀਆ ਲੱਗੇਗਾ। ਤੇ ਆਓ ਹੁਣ ਅਸੀਂ ਰੀਡਿੰਗ ਸ਼ੁਰੂ ਕਰਦੇ ਹਾਂ। More and more, as I near the end of my career as a heart surgeon, my thoughts have turned to the consideration of why people should suffer। ਤੇ ਡਾਕਟਰ ਬਰਨਰਡ ਇਹ ਕਹਿ ਰਹੇ ਨੇ ਕਿ ਜਦੋਂ ਮੇਰਾ ਕਰੀਅਰ ਹੁਣ ਖਤਮ ਹੋਣ ਵਾਲਾ ਹੈ ਐਜ਼ ਅ ਹਾਰਟ ਸਰਜਨ, ਕਿਉਂਕਿ ਇੱਕ ਡਾਕਟਰ ਹੈ ਉਹ ਇੱਕ ਉਮਰ ਤੱਕ ਹੀ ਪ੍ਰੈਕਟਿਸ ਕਰ ਸਕਦਾ, ਉਸ ਤੋਂ ਬਾਅਦ ਉਹ ਪ੍ਰੈਕਟਿਸ ਨਹੀਂ ਕਰ ਸਕਦਾ। ਤੇ ਹੁਣ ਉਸਦੇ ਮਨ ਵਿੱਚ ਕੀ ਵਿਚਾਰ ਆ ਰਹੇ ਨੇ ਕਿ ਲੋਕ ਹੈ ਉਹ ਸਫਰ ਹੈ ਕਿਉਂ ਕਰ ਰਹੇ ਨੇ, ਲੋਕ ਕਿਉਂ ਦੁੱਖ ਝੇਲਦੇ ਨੇ। ਸਫਰਿੰਗ ਸੀਮਸ ਸੋ ਕਰੂਲੀ ਪ੍ਰੈਵਲੈਂਟ ਇਨ ਦਾ ਵਰਲਡ ਟੂਡੇ। ਇਹ ਲੋਕਾਂ ਦਾ ਦੁੱਖ ਦਰਦ ਝੇਲਣਾ ਇਸ ਸੰਸਾਰ ਵਿੱਚ ਬਹੁਤ ਜ਼ਿਆਦਾ ਕਾਮਨ ਹੈ। Do you know that of 125 children born this year, 12 million are unlikely to reach the age of 1, another 6 million will die before the age of 5, and of the rest many will end up as mental or physical cripples। ਤੇ ਹੁਣ ਸਾਡੇ ਤੋਂ ਪੁੱਛਦੇ ਨੇ ਡਾਕਟਰ ਬਰਨਰਡ ਕਿ ਤੁਸੀਂ ਜਾਣਦੇ ਹੋ ਕਿ ਹੁਣ 125 ਮਿਲੀਅਨ ਲੋਕ ਹੈ ਬੱਚੇ ਹੈ ਇਸ ਸਾਲ ਪੈਦਾ ਹੋਣਗੇ ਤੇ ਮਿਲੀਅਨ ਹੁੰਦਾ 10 ਲੱਖ ਤੇ 125 ਨੂੰ 10 ਲੱਖ ਨਾਲ ਮਲਟੀਪਲਾਈ ਕਰ ਦਿਓ ਵੀ ਉਨੇ ਬੱਚੇ ਪੈਦਾ ਹੋਣਗੇ ਇਸ ਸਾਲ। ਤੇ ਉਹਨਾਂ ਵਿੱਚ 12 ਮਿਲੀਅਨ ਬੱਚੇ ਆ ਉਹ ਹੋ ਸਕਦਾ ਕਿ ਉਹ 1 ਸਾਲ ਦੀ ਉਮਰ ਤੋਂ ਪਹਿਲਾਂ ਹੀ ਉਹ ਮਰ ਜਾਣ ਤੇ ਬਾਕੀ ਜਿਹੜੇ 6 ਮਿਲੀਅਨ ਨੇ ਉਹਨਾਂ ਤੋਂ ਬਚੇ ਹੋਏ ਤੇ ਉਹ 5 ਸਾਲ ਦੀ ਉਮਰ ਤੋਂ ਪਹਿਲਾਂ ਹੀ ਮਰ ਜਾਣ। ਤੇ ਹੁਣ ਜਿਹੜੇ ਬੱਚੇ ਬਚੇ ਹੋਣੇ ਤੇ ਉਹਨਾਂ ਵਿੱਚੋਂ ਕੋਈ ਫਿਜ਼ੀਕਲ ਜਾਂ ਮੈਂਟਲ ਕ੍ਰਿਪਲਸ ਹੋਏਗਾ। ਤੇ ਕ੍ਰਿਪਲ ਕੀ ਹੁੰਦਾ ਵੀ ਦਾ ਪਰਸਨ ਹੂ ਕੈਨ ਨਾਟ ਵਾਕ ਔਰ ਮੂਵ ਪ੍ਰੋਪਰਲੀ। ਤੇ ਕੋਈ ਮੈਂਟਲੀ ਇਲ ਹੋਏਗਾ ਤੇ ਕਈ ਫਿਜ਼ੀਕਲੀ ਆ ਉਹ ਕ੍ਰਿਪਲਡ ਹੋਏਗਾ। ਹੁਣ ਕ੍ਰਿਪਲ ਦਾ ਮੀਨਿੰਗ ਹੈ ਸਾਡੀ ਗਲੋਸਰੀ 'ਚ ਵੀ ਲਿਖਿਆ ਹੋਇਆ ਹੈ, ਅ ਪਰਸਨ ਹੂ ਇਜ਼ ਅਨੇਬਲ ਟੂ ਵਾਕ ਔਰ ਮੂਵ ਨਾਰਮਲੀ ਬਿਕੋਜ਼ ਆਫ ਡਿਜ਼ੀਜ਼ ਔਰ ਇੰਜਰੀ। ਵੀ ਜਿਹੜਾ ਬੰਦਾ ਉਹ ਸਹੀ ਤਰ੍ਹਾਂ ਚੱਲ ਨਹੀਂ ਸਕਦਾ ਜਾਂ ਮੂਵ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਕੋਈ ਬਿਮਾਰੀ ਹੈ ਜਾਂ ਇੰਜਰੀ ਦੀ ਵਜ੍ਹਾ ਦੇ ਨਾਲ। My gloomy thoughts probably stem from an accident I had a few years ago। ਤੇ ਦੋਸਤੋ ਹੁਣ ਇਹ ਸਾਨੂੰ ਇਹ ਲੱਗ ਰਿਹਾ ਕਿ ਜਿਹੜਾ ਲੇਖਕ ਹੈ ਕਾਫੀ ਜ਼ਿਆਦਾ ਨਿਰਾਸ਼ ਰਹਿੰਦਾ ਹੈ ਤੇ ਉਸ ਦਾ ਕਾਰਨ ਹੈ ਸਾਨੂੰ ਇਸ ਪੈਰਾ ਵਿੱਚ ਦੱਸਿਆ ਗਿਆ ਕਿ ਗਲੂਮੀ ਦਾ ਅਰਥ ਹੁੰਦਾ ਨਿਰਾਸ਼ਾਜਨਕ, ਕਿ ਇਸ ਦੇ ਨਿਰਾਸ਼ਾਜਨਕ ਜਿਹੜੇ ਥਾਟਸ ਨੇ ਜਿਹੜੇ ਵਿਚਾਰ ਨੇ ਇਹ ਇੱਕ ਐਕਸੀਡੈਂਟ ਦੀ ਉਪਜ ਨੇ ਜਿਹੜਾ ਉਸ ਦਾ ਕੁਝ ਸਾਲ ਪਹਿਲਾਂ ਹੋਇਆ ਸੀ। One minute I was crossing the street with my wife after a lovely meal together, and the next minute a car had hit me and knocked me into my wife। ਤੇ ਕੀ ਹੋਇਆ ਕਿ ਇੱਕ ਦਿਨ ਜਿਹੜਾ ਲੇਖਕ ਹੈ ਡਾਕਟਰ ਬਰਨਰਡ ਤੇ ਉਸ ਦੀ ਵਾਈਫ ਹੈ ਉਹ ਰੋਡ ਕ੍ਰਾਸ ਕਰ ਰਹੇ ਸੀਗੇ ਵਧੀਆ ਜੀ ਰੋਟੀ ਖਾਣ ਤੋਂ ਬਾਅਦ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਇੱਕ ਕਾਰ ਹੈ ਲੇਖਕ ਨੂੰ ਹਿੱਟ ਕੀਤੀ ਬੜੀ ਤੇਜ਼ ਤੇ ਕਾਰ ਜਦੋਂ ਲੇਖਕ ਨੂੰ ਹਿੱਟ ਕੀਤੀ ਤੇ ਉਹ ਆਪਣੀ ਵਾਈਫ ਨੂੰ ਜਾ ਕੇ ਵੱਜਾ। She was thrown into the other lane and struck by a car coming from the opposite direction।
ਤੇ ਜਦੋਂ ਲੇਖਕ ਦੀ ਟੱਕਰ ਹੋਈ ਉਸਦੀ ਵਾਈਫ ਦੇ ਨਾਲ ਤੇ ਉਹਦੀ ਵਾਈਫ ਹੈ ਜਾ ਕੇ ਦੂਜੇ ਪਾਸੇ ਸੜਕ ਦੇ ਗਿਰ ਗਈ ਤੇ ਦੂਜੇ ਪਾਸੇ ਉਹਦੀ ਆਂਦੀ ਕਾਰ ਨੇ ਉਸਦੀ ਵਾਈਫ ਨੂੰ ਹਿੱਟ ਕਰ ਦਿੱਤਾ। During the next few days in the hospital, I experienced not only agony and fear but also anger. ਤੇ ਐਕਸੀਡੈਂਟ ਤੋਂ ਬਾਅਦ ਅਗਲੇ ਕੁਝ ਦਿਨਾਂ ਤੱਕ ਹਸਪੀਟਲ ਵਿੱਚ ਤੇ ਲੇਖਕ ਨੇ ਕੀ ਐਕਸਪੀਰੀਅੰਸ ਕੀਤਾ, ਨਾਟ ਓਨਲੀ ਐਗਨੀ ਐਂਡ ਫੀਅਰ ਬਟ ਆਲਸੋ ਐਂਗਰ। ਤੇ ਐਗਨੀ ਦਾ ਅਰਥ ਹੁੰਦਾ ਪੀੜ, ਇੱਕ ਬਹੁਤ ਹੀ ਸਟਰੋਂਗ ਵਰਡ ਹੈ ਐਗਨੀ, ਪੀੜ। ਤੇ ਇਹ ਪੇਨ ਨਾਲੋਂ ਵੀ ਜ਼ਿਆਦਾ ਹੈ ਸਟਰੋਂਗਰ ਹੈ, ਵੀ ਪੇਨ ਬਰਦਾਸ਼ਤ ਹੋ ਜਾਂਦੀ ਬਟ ਐਗਨੀ ਬਰਦਾਸ਼ਤ ਨਹੀਂ ਹੁੰਦੀ। ਤੇ ਹੁਣ ਲੇਖਕ ਨੇ ਕੀ ਐਕਸਪੀਰੀਅੰਸ ਕੀਤਾ, ਪੀੜ ਐਗਨੀ ਐਕਸਪੀਰੀਅੰਸ ਕੀਤੀ, ਫੀਅਰ ਡਰ ਐਕਸਪੀਰੀਅੰਸ ਕੀਤਾ ਤੇ ਉਹਨੂੰ ਗੁੱਸਾ ਵੀ ਆਇਆ, ਐਂਗਰ ਵੀ ਉਹਨੇ ਐਕਸਪੀਰੀਅੰਸ ਕੀਤਾ। I could not understand why my wife and I had to suffer. ਤੇ ਉਸਨੂੰ ਇਹ ਨਹੀਂ ਸਮਝ ਆ ਰਿਹਾ ਸੀ ਕਿ ਇਹ ਉਹਨਾਂ ਨਾਲ ਹੀ ਕਿਉਂ ਹੋਇਆ। I had 11 broken ribs and a perforated lung. ਤੇ ribs ਦਾ ਅਰਥ ਹੁੰਦਾ ਪਸਲੀਆਂ, ਤੇ ਲੇਖਕ ਦੀ 11 ਪਸਲੀਆਂ ਟੁੱਟ ਚੁੱਕੀਆਂ ਸੀਗੀਆਂ ਤੇ ਲੰਗ ਦੇ ਵਿੱਚ ਉਹ ਛੇਦ ਹੋ ਗਿਆ ਸੀਗਾ, ਫੇਫੜੇ ਵਿੱਚ ਛੇਕ ਹੋ ਗਿਆ ਸੀਗਾ। ਮਾਈ ਵਾਈਫ ਹੈਡ ਅ ਬੈਡਲੀ ਫ੍ਰੈਕਚਰਡ ਸ਼ੋਲਡਰ। ਤੇ ਉਸ ਜਿਹੜੀ ਮੇਰੀ ਵਾਈਫ ਦਾ ਜਿਹੜਾ ਸ਼ੋਲਡਰ ਹੈ, ਮੋਢਾ ਹੈ, ਉਹ ਫ੍ਰੈਕਚਰ ਹੋ ਗਿਆ ਸੀਗਾ। ਓਵਰ ਐਂਡ ਓਵਰ ਆਈ ਆਸਕ ਮਾਈ ਸੈਲਫ ਵਾਈ ਸ਼ੁੱਡ ਦਿਸ ਹੈਪਨ ਟੂ ਅਸ। ਤੇ ਮੈਂ ਇਹੀ ਸੋਚ ਰਿਹਾ ਸੀਗਾ, ਲੇਖਕ ਇਹੀ ਸੋਚ ਰਿਹਾ ਸੀਗਾ ਕਿ ਇਹ ਉਹਨਾਂ ਨਾਲ ਹੀ ਕਿਉਂ ਹੋਇਆ। I had work to do. After all, there were patients waiting for me to operate on them. My wife had a young baby who needed her care. ਤੇ ਹੁਣ ਲੇਖਕ ਹੈ ਬਹੁਤ ਹੀ ਮਸ਼ਹੂਰ ਡਾਕਟਰ ਹੈ, ਦਿਲ ਦਾ ਡਾਕਟਰ ਹੈ, ਤੇ ਉਹਨੇ ਪੇਸ਼ੈਂਟਸ ਦੇ ਆਪਰੇਸ਼ਨਸ ਵੀ ਕਰਨੇ ਤੋਂ ਸਾਰੇ ਪੈਂਡਿੰਗ ਰਹਿ ਗਏ ਤੇ ਉਸਦੀ ਵਾਈਫ ਦਾ ਇੱਕ ਛੋਟਾ ਜਿਹਾ ਬੇਬੀ ਵੀ ਹੈ, ਛੋਟਾ ਬੱਚਾ ਹੈ ਜਿਸ ਨੂੰ ਕੇਅਰ ਦੀ ਜ਼ਰੂਰਤ ਹੈ, ਮਾਂ ਦੇ ਕੇਅਰ ਦੀ ਜ਼ਰੂਰਤ ਹੈ। My father, had he still been alive, would have said, my son, it's God's will. That's the way God tests you. Suffering ennobles you, makes you a better person. ਤੇ ਹੁਣ ਲੇਖਕ ਦੇ ਫਾਦਰ ਦੀ ਡੈਥ ਹੋ ਚੁੱਕੀ ਹੈ ਤੇ ਉਹ ਸੋਚਦਾ ਵੀ ਜੇ ਉਹ ਜ਼ਿੰਦਾ ਹੁੰਦੇ ਤੇ ਉਹ ਕਹਿੰਦੇ ਕਿ ਮਾਈ ਸਨ, ਮੇਰੇ ਬੇਟੇ, ਤੇ ਇਟਸ ਗੋਡਸ ਵਿਲ, ਵੀ ਇਹ ਰੱਬ ਦੀ ਮਰਜ਼ੀ ਹੈ। ਤੇ ਦੈਟਸ ਦ ਵੇ ਗੋਡ ਟੈਸਟ ਯੂ, ਵੀ ਰੱਬ ਸਾਡੀ ਪ੍ਰੀਖਿਆ ਲੈ ਰਹੇ ਨੇ। ਸਫਰਿੰਗ ਐਨੋਬਲਸ ਯੂ, ਐਨੋਬਲਸ ਦਾ ਅਰਥ ਹੁੰਦਾ ਸਾਨੂੰ ਨੇਕ ਬਣਾਉਣਾ, ਟੂ ਮੇਕ ਸਮਵਨ ਨੋਬਲ। ਤੇ ਸਫਰਿੰਗ ਨਾਲ ਬੰਦਾ ਨੇਕ ਬਣਦਾ ਤੇ ਉਹ ਇੱਕ ਬੈਟਰ ਪਰਸਨ ਹੈ, ਉਹ ਬਣਦਾ। ਬਟ ਐਜ਼ ਅ ਡਾਕਟਰ I see nothing noble in patients thrashing around in a sweat-soaked bed, mind clouded in agony. ਤੇ ਹੁਣ ਲੇਖਕ ਕਹਿੰਦਾ ਕਿ ਐਜ਼ ਅ ਡਾਕਟਰ, ਕਿ ਉਹ ਡਾਕਟਰ ਹੈ, ਕਿ I see nothing noble in patients thrashing around in a sweat-soaked bed. ਤੇ thrashing ਦਾ ਅਰਥ ਗਲੋਸਰੀ ਵਿੱਚ ਦਿੱਤਾ ਹੋਇਆ, an act of hitting somebody hard, especially with a stick. ਤੇ ਇਸ ਲਾਈਨ ਦਾ ਵੈਸੇ ਅਰਥ ਹੈ ਕਿ ਐਜ਼ ਅ ਡਾਕਟਰ, ਵੀ ਡਾਕਟਰ ਦੇ ਰੂਪ ਵਿੱਚ ਮੈਨੂੰ ਇਸ ਵਿੱਚ ਕੋਈ ਨੇਕ ਗੱਲ ਨਹੀਂ ਲੱਗਦੀ, ਵੀ ਬੰਦਾ ਪਸੀਨੇ ਦੇ ਬੈੱਡ ਦੇ ਵਿੱਚ ਪਾਸੇ ਪਿਆ ਹੋਇਆ ਤੇ ਜਿਹੜੇ ਮਨ ਵਿੱਚ ਹੈ, ਮਨ ਉਹ ਪੀੜ ਨਾਲ ਭਰਿਆ ਹੋਇਆ। ਨੋਰ ਕੈਨ ਆਈ ਸੀ ਨੋਬਿਲਿਟੀ ਇਨ ਦ ਕ੍ਰਾਈਂਗ ਆਫ ਅ ਲੋਨਲੀ ਚਾਈਲਡ ਇਨ ਅ ਵਾਰਡ ਐਟ ਨਾਈਟ। ਤੇ ਉਸ ਤੋਂ ਬਾਅਦ ਲੇਖਕ ਕਹਿ ਰਿਹਾ ਕਿ ਇਸ ਵਿੱਚ ਵੀ ਕੋਈ ਨੇਕ ਕੰਮ ਨਹੀਂ ਹੈ, ਵੀ ਜਿਹੜਾ ਇਕੱਲਾ ਬੱਚਾ ਵਾਰਡ ਵਿੱਚ ਰਾਤ ਨੂੰ ਰੋ ਰਿਹਾ। I had my first introduction to the suffering of children when I was a little boy. ਤੇ ਜਦੋਂ ਮੈਂ ਛੋਟਾ ਜਿਹਾ ਬੱਚਾ ਸੀਗਾ ਤੇ ਉਸ ਸਮੇਂ ਮੇਰਾ ਬੱਚਿਆਂ ਦੇ ਦੁੱਖ ਦਰਦਾਂ ਦੇ ਨਾਲ ਵਾਸਤਾ ਪਿਆ। One day my father showed me a half-eaten moldy biscuit with 2 tiny tooth marks in it. ਇੱਕ ਦਿਨ ਮੇਰੇ ਪਿਤਾ ਜੀ ਨੇ ਮੈਨੂੰ ਇੱਕ ਅੱਧਾ ਖਾਦਾ ਹੋਇਆ ਮੋਲਡੀ ਦਾ ਅਰਥ ਹੈ ਉੱਲੀ ਲੱਗੀ ਹੋਈ ਬਿਸਕਿਟ ਦਿਖਾਇਆ, ਜਿਸ ਵਿੱਚ 2 ਛੋਟੇ ਦੰਦਾਂ ਦੇ ਨਿਸ਼ਾਨ ਸੀਗੇ। And he told me about my brother who had died several years earlier. ਤੇ ਉਸਨੇ ਮੈਨੂੰ ਮੇਰੇ ਭਰਾ ਦੇ ਬਾਰੇ ਦੱਸਿਆ ਜੋ ਕਿ ਕੁਝ ਸਾਲ ਪਹਿਲਾਂ, several ਦਾ ਅਰਥ ਹੁੰਦਾ 3 or more but not many, ਵੀ 3-4 ਸਾਲ ਪਹਿਲਾਂ ਜਿਹੜਾ ਮੇਰਾ ਵੱਡਾ ਭਰਾ ਉਹ ਮਰ ਚੁੱਕਿਆ ਸੀਗਾ। He told me about the suffering of this child who had been born with an abnormal heart. ਵੀ ਉਹ ਜਿਹੜਾ ਮੇਰਾ ਭਰਾ ਸੀਗਾ ਤੇ ਉਹ ਜਦੋਂ ਪੈਦਾ ਹੋਇਆ ਤੇ ਉਸਦਾ abnormal heart ਸੀਗਾ, ਉਹਦਾ ਹਾਰਟ ਨਾਰਮਲ ਨਹੀਂ ਸੀਗਾ। If he had been born today, probably someone could have corrected that heart problem. But in those days, they didn't have sophisticated heart surgery. ਤੇ ਇਸ ਦਾ ਅਰਥ ਹੈ ਕਿ ਜੇ ਉਹ ਅੱਜ ਪੈਦਾ ਹੋਇਆ ਹੁੰਦਾ ਤੇ ਉਸਦੀ ਜਿਹੜੀ ਬਿਮਾਰੀ ਹੈ ਉਸਦਾ ਇਲਾਜ ਹੈ ਕੀਤਾ ਜਾ ਸਕਦਾ ਸੀਗਾ, ਤੇ ਉਹ ਉਹਨਾਂ ਦਿਨਾਂ ਵਿੱਚ ਸੋਫਿਸਟੀਕੇਟਡ ਦਾ ਅਰਥ ਹੁੰਦਾ ਮਾਡਰਨ, ਆਧੁਨਿਕ ਜਾਂ ਐਡਵਾਂਸਡ, ਵੀ ਐਡਵਾਂਸਡ ਹਾਰਟ ਸਰਜਰੀ ਉਸ ਟਾਈਮ ਹੁੰਦੀ ਨਹੀਂ ਸੀਗੀ। And this moldy biscuit was the last biscuit my brother had eaten before his death. ਤੇ ਇਹ ਜਿਹੜਾ ਬਿਸਕਿਟ ਹੈ ਤੇ ਆਖਰੀ ਮੀਲ ਸੀਗੀ ਜਿਹੜੇ ਮੇਰੇ ਭਰਾ ਨੇ ਖਾਈ ਆਪਣੇ ਮਰਨ ਤੋਂ ਪਹਿਲਾਂ। As a doctor, I always found the suffering of children particularly heartbreaking, especially because of their total trust in doctors and nurses. ਹੁਣ ਕਿਹਾ ਗਿਆ ਕਿ ਐਜ਼ ਅ ਡਾਕਟਰ ਦੇ ਤੌਰ ਤੇ I have always found the suffering of children particularly heartbreaking. ਜਿਹੜੇ ਬੱਚਿਆਂ ਦੀ ਸਫਰਿੰਗ ਹੈ, ਬੱਚਿਆਂ ਦੀ ਤਕਲੀਫ ਹੈ, ਹਾਰਟ ਬ੍ਰੇਕਿੰਗ, ਦਿਲ ਤੋੜਨ ਵਾਲੀਆਂ ਹੁੰਦੀਆਂ,
ਕਿਉਂ? ਕਿਉਂਕਿ ਉਹਨਾਂ ਦਾ ਡਾਕਟਰ ਤੇ ਨਰਸਿਸ ਤੇ ਪੂਰਾ ਭਰੋਸਾ ਹੁੰਦਾ। ਦੇ ਬਿਲੀਵ ਯੂ ਆਰ ਗੋਇੰਗ ਟੂ ਹੈਲਪ them, ਤੇ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਡਾਕਟਰ ਤੇ ਨਰਸਿਸ ਹੈ ਉਹਨਾਂ ਦੀ ਹੈਲਪ ਕਰ ਰਹੇ ਨੇ। ਇਫ ਯੂ ਕਾਂਟ ਦੇ ਐਕਸੈਪਟ देयर ਫੇਟ, ਜੇ ਤੁਸੀਂ ਉਸ ਦੀ ਮਦਦ ਨਾ ਕਰ ਪਾਓ, ਉਹਨਾਂ ਨੂੰ ਕਿਉਂ ਨਾ ਕਰ ਪਾਓ, ਤੇ ਉਹ ਆਪਣੀ ਕਿਸਮਤ ਨੂੰ ਮੰਨ ਲੈਂਦੇ ਨੇ। ਤੇ ਇਸ ਦਾ ਅਰਥ ਵੀ ਉਹਨਾਂ ਨੂੰ ਲੱਗਦਾ ਕਿ ਸਾਡੀ ਕਿਸਮਤ ਵਿੱਚ ਠੀਕ ਹੋਣਾ ਸੀਗਾ ਹੀ ਨਹੀਂ। ਦੇ ਗੋ ਥਰੂ ਮੂਟੀਲੇਟਿੰਗ ਸਰਜਰੀ ਐਂਡ ਆਫਟਰਵਰਡਸ ਦੇ ਡੋਂਟ ਕੰਪਲੇਨ। ਹੁਣ ਮੂਟੀਲੇਟਿੰਗ ਦਾ ਅਰਥ ਸਾਡੇ ਗਲੋਸਰੀ 'ਚ ਵੀ ਆਇਆ ਹੋਇਆ, ਤੇ ਇਸ ਦਾ ਅਰਥ ਹੈ ਟੂ ਡੈਮੇਜ ਸਮਬਡੀਜ਼ ਬੋਡੀ ਵੈਰੀ ਸੀਵੀਅਰਲੀ ਸਪੈਸ਼ਲੀ ਬਾय ਕਟਿੰਗ ਪਾਰਟ ਆਫ ਇਟ। ਮੂਟੀਲੇਟਿੰਗ ਸਰਜਰੀ ਉਹ ਹੋ ਗਈ ਜਿਹੜੀ ਸਰਜਰੀ ਹੈ ਚੀੜ ਫਾੜ ਕਰਕੇ ਹੈ ਪਰਫਾਰਮ ਕੀਤੀ ਜਾਏ। ਵੀ ਬੱਚਿਆਂ ਦੀ ਬੋਡੀ ਦੀ ਚੀੜ ਫਾੜ ਹੁੰਦੀ ਹੈ, ਉਹਨਾਂ ਦੀ ਸਰਜਰੀ ਕੀਤੀ ਜਾਂਦੀ ਹੈ ਚੀੜ ਫਾੜ ਕਰਕੇ, ਬਟ ਫਿਰ ਵੀ ਉਹ ਕੰਪਲੇਂਟ ਹੈ ਉਹ ਨਹੀਂ ਕਰਦੇ। One morning, several years ago, I witnessed what I called Grand Prix of Cape Town's Red Cross Children's Hospital. ਤੇ ਗ੍ਰੈਂਡ ਪ੍ਰਿਕਸ ਕੀ ਹੁੰਦਾ ਹੈ? ਗ੍ਰੈਂਡ ਪ੍ਰਿਕਸ ਹੁੰਦਾ ਹੈ ਫਾਰਮੂਲਾ 1 ਕਾਰਾਂ ਦਾ ਇੱਕ ਕੰਪੀਟੀਸ਼ਨ ਹੁੰਦਾ, ਤੇ ਉਹਨੂੰ ਗ੍ਰੈਂਡ ਪ੍ਰਿਕਸ ਕਿਹਾ ਜਾਂਦਾ ਹੈ, ਤੇ ਉਹ ਇੱਕ ਕਾਰਾਂ ਦਾ ਰੇਸਿੰਗ ਕੰਪੀਟੀਸ਼ਨ ਹੁੰਦਾ ਹੈ। ਤੇ ਹੁਣ ਜਿਹੜਾ ਡਾਕਟਰ ਕ੍ਰਿਸਟੀਅਨ ਬਰਨਰ ਕਿਸ ਨੂੰ ਗ੍ਰੈਂਡ ਪ੍ਰਿਕਸ ਕਹਿ ਰਹੇ ਉਹ ਅਸੀਂ ਅਗਲੇ ਪੈਰਾ ਵਿੱਚ ਦੇਖਾਂਗੇ। ਤੇ ਕੇਪ ਟਾਊਨਸ ਰੈੱਡ ਕ੍ਰਾਸ ਚਿਲਡਰਨ ਹਸਪੀਟਲ, ਕਿਉਂਕਿ ਜਿਹੜਾ ਡਾਕਟਰ ਹੈ ਉਹ ਸਾਊਥ ਅਫਰੀਕਾ ਦਾ ਡਾਕਟਰ ਹੈ, ਤੇ ਕੇਪ ਟਾਊਨ ਹੈ ਸਾਊਥ ਅਫਰੀਕਾ ਵਿੱਚ, ਤੇ ਸਾਊਥ ਅਫਰੀਕਾ ਤੇ ਕੇਪ ਟਾਊਨ ਦੇ ਰੈੱਡ ਕ੍ਰਾਸ ਚਿਲਡਰਨਸ ਹਸਪੀਟਲ ਵਿੱਚ ਉਸਨੇ ਕੀ ਗ੍ਰੈਂਡ ਪ੍ਰਿਕਸ ਦੇਖੀ, ਉਸ ਦੀ ਗੱਲ ਅਸੀਂ ਬਾਅਦ ਵਿੱਚ ਕਰਾਂਗੇ। It opened my eyes to the fact that I was missing something in all my thinking about suffering, something basic that was full of solace for me. ਤੇ solace ਦਾ ਅਰਥ ਹੁੰਦਾ ਦਿਲਾਸਾ, ਤੇ ਸਾਡੀ ਗਲੋਸਰੀ ਵਿੱਚ ਲਿਖਿਆ ਹੋਇਆ comfort or consolation in a time of distress। ਤੇ ਕਿਹਾ ਗਿਆ ਕਿ it opened my eyes, ਵੀ ਉਹ ਗ੍ਰੈਂਡ ਪ੍ਰਿਕਸ ਵਾਲੀ ਜਿਹੜੀ ਚੀਜ਼ ਹੋ ਰਹੀ ਸੀ ਹਸਪੀਟਲ ਵਿੱਚ ਉਸਨੇ ਇਸ ਦੀਆਂ ਅੱਖਾਂ ਖੋਲਤੀਆਂ। To the fact that I was missing something in all my life thinking about suffering, ਕਿ ਮੇਰੀ ਜੋ ਮੈਂ ਸਫਰਿੰਗ ਦੇ ਬਾਰੇ ਸੋਚ ਰਿਹਾ ਸੀਗਾ ਆਪਣੀ ਪੂਰੀ ਲਾਈਫ ਵਿੱਚ, ਉਸ ਵਿੱਚ ਕੁਝ ਮਿਸਿੰਗ ਸੀਗਾ। something basic that was full of solace for me, ਵੀ ਕੁਝ ਬੇਸਿਕ ਮਿਸਿੰਗ ਸੀਗਾ ਜਿਸ ਨੇ ਮੈਨੂੰ ਦਿਲਾਸਾ ਦਿੱਤਾ। what happened there that morning was that a nurse had left a breakfast trolley unattended। ਤੇ ਦੋਸਤੋ ਬ੍ਰੇਕਫਾਸਟ ਟਰੋਲੀ ਕੀ ਹੁੰਦਾ ਕਿ ਜਿਵੇਂ ਹਸਪੀਟਲ ਵਿੱਚ ਹਰ ਪੇਸ਼ੈਂਟ ਨੂੰ ਬ੍ਰੇਕਫਾਸਟ ਦੇਣਾ ਹੁੰਦਾ, ਨਾਸ਼ਤਾ ਦੇਣਾ ਹੁੰਦਾ, ਤੇ ਇੱਕ ਟਰੋਲੀ ਵਿੱਚ ਕਈ ਸਾਰੇ ਨਾਸ਼ਤੇ, ਕਈ ਪੇਸ਼ੈਂਟਸ ਦਾ ਨਾਸ਼ਤਾ ਰੱਖ ਕੇ ਨਰਸ ਇੱਕ ਨੂੰ ਨਾਸ਼ਤਾ ਵੰਡਦੀ ਹੈ। ਤੇ ਹੋਇਆ ਕੀ ਸੀਗਾ ਉਸ ਦਿਨ ਹਸਪੀਟਲ ਵਿੱਚ ਨਰਸ ਬ੍ਰੇਕਫਾਸਟ ਟਰੋਲੀ ਰੱਖ ਕੇ ਕਿਤੇ ਚਲੀ ਗਈ ਸੀਗੀ, ਤੇ ਉਹ ਬ੍ਰੇਕਫਾਸਟ ਟਰੋਲੀ ਅਨਅਟੈਂਡਡ ਪਈ ਸੀ। And very soon this trolley was commanded by an intrepid crew of 2, a driver and a mechanic। ਤੇ ਦੋਸਤੋ ਇੰਟਰਪਿਡ ਦਾ ਅਰਥ ਹੁੰਦਾ ਫੀਅਰਲੈਸ, ਨਿਡਰ, ਤੇ ਕ੍ਰਿਊ ਦਾ ਅਰਥ ਹੁੰਦਾ ਚਾਲਕ ਦਾ, ਜਿਵੇਂ ਅਸੀਂ ਪਲੇਨਸ ਵਿੱਚ ਦੇਖਦੇ ਹਾਂ ਵੀ ਕ੍ਰਿਊ ਹੁੰਦਾ। ਤੇ ਹੁਣ ਉਸ ਟਰੋਲੀ ਨੂੰ ਦੋ ਲੋਕ ਹੈ ਚਲਾਉਣ ਲੱਗ ਪਏ, ਇੱਕ ਡਰਾਈਵਰ ਤੇ ਇੱਕ ਮਕੈਨਿਕ। The mechanic provided motor power by galloping along behind the trolley with his head down। ਤੇ ਹੁਣ ਮਕੈਨਿਕ ਕੀ ਕਰ ਰਿਹਾ ਸੀਗਾ, ਉਹ ਮੋਟਰ ਪਾਵਰ ਪ੍ਰੋਵਾਈਡ ਕਰ ਰਿਹਾ ਸੀਗਾ, ਕਿਸ ਤਰ੍ਹਾਂ? ਟਰੋਲੀ ਨੂੰ ਪਿੱਛੋਂ ਦੀ ਧੱਕਾ ਲਾ ਰਿਹਾ ਸੀਗਾ। ਤੇ ਗੈਲੋਪਿੰਗ ਦਾ ਅਰਥ ਵੈਸੇ ਤਾਂ ਘੋੜੇ ਚਲਾਉਣ ਵਾਸਤੇ ਯੂਜ਼ ਹੁੰਦਾ, ਪਰ ਇੱਥੇ ਕਿਉਂਕਿ ਉਹ ਜਿਹੜਾ ਮਕੈਨਿਕ ਹੈ ਉਹ ਬੜੀ ਤੇਜ਼ ਸੇ ਟਰੋਲੀ ਚਲਾ ਰਿਹਾ, ਇਸ ਕਰਕੇ ਗੈਲੋਪਿੰਗ ਵਰਡ ਹੈ ਉਹ ਯੂਜ਼ ਕੀਤਾ ਗਿਆ। ਵਾਈਲ ਦ ਡਰਾਈਵਰ ਸੀਟਡ ਔਨ ਦ ਲੋਅਰ ਡੈਕ held on with one hand and steered by scraping his foot on the floor। ਤੇ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਮਕੈਨਿਕ ਹੈ ਉਹ ਤਾਂ ਪਿੱਛੋਂ ਦੀ ਧੱਕਾ ਲਾ ਰਿਹਾ, ਤੇ ਹੁਣ ਜਿਹੜਾ ਦੂਜਾ ਬੰਦਾ ਹੈ ਜਿਸ ਨੂੰ ਡਰਾਈਵਰ ਕਿਹਾ ਗਿਆ, ਤੇ ਉਹ ਟਰੋਲੀ ਦੇ ਲੋਅਰ ਡੈਕ ਤੇ ਅਗਲੇ ਪਾਸੇ ਥੱਲੇ ਲੋਅਰ ਡੈਕ ਤੇ ਉਹ ਬੈਠਾ ਹੋਇਆ, ਥੱਲੇ ਪਾਸੇ ਉਹ ਬੈਠਾ ਹੋਇਆ, ਤੇ ਇੱਕ ਹੱਥ ਨਾਲ ਉਹਨੇ ਟਰੋਲੀ ਨੂੰ ਫੜਿਆ ਹੋਇਆ, ਤੇ ਟਰੋਲੀ ਨੂੰ ਘੁਮਾ ਕਿਸ ਤਰ੍ਹਾਂ ਉਹਨੂੰ ਡਾਇਰੈਕਸ਼ਨਸ ਦੇ ਰਿਹਾ ਬਾय ਸਕ੍ਰੇਪਿੰਗ ਹਿਸ ਫੁੱਟ ਔਨ ਦਾ ਫਲੋਰ, ਵੀ ਆਪਣੇ ਪੈਰ ਇੱਧਰ ਉੱਧਰ ਕਰਕੇ ਧਰਤੀ ਵਿੱਚ ਪੈਰ ਦੇ ਥਰੂ ਉਹ ਟਰੋਲੀ ਨੂੰ ਡਾਇਰੈਕਸ਼ਨਸ ਦੇ ਰਿਹਾ। ਤੇ ਹੁਣ ਅਸੀਂ ਇਹ ਦੇਖਿਆ ਕਿ ਉਹ ਜਿਹੜੀ ਨਰਸ ਹੈ ਅਨਅਟੈਂਡਡ ਟਰੋਲੀ ਛੱਡ ਗਈ ਸੀਗੀ, ਉਸ 'ਤੇ ਦੋ ਲੋਕਾਂ ਦਾ ਕਬਜ਼ਾ, ਇੱਕ ਡਰਾਈਵਰ ਹੈ, ਇੱਕ ਮਕੈਨਿਕ ਹੈ, ਇੱਕ ਬੰਦਾ ਪਿੱਛੋਂ ਦੀ ਧੱਕਾ ਲਾ ਰਿਹਾ, ਤੇ ਜਿਹੜਾ ਦੂਜਾ ਆਪਣੇ ਪੈਰ ਦੇ ਥਰੂ ਉਸਨੂੰ ਡਾਇਰੈਕਸ਼ਨਸ ਹੈ ਉਹ ਦੇ ਰਿਹਾ, ਤੇ ਇਸ ਨੂੰ ਇਹ ਗ੍ਰੈਂਡ ਪ੍ਰਿਕਸ ਹੈ ਉਹ ਕਿਹਾ ਗਿਆ। ਬਟ ਇਸ ਵਿੱਚ ਸਾਨੂੰ ਕੋਈ ਖਾਸ ਗੱਲ ਨਜ਼ਰ ਨਹੀਂ ਆ ਰਹੀ, ਤੇ ਇਸ ਵਿੱਚ ਕੀ ਖਾਸ ਗੱਲ ਹੈ ਵੀ ਇਸ ਨੂੰ ਗ੍ਰੈਂਡ ਪ੍ਰਿਕਸ ਕਿਹਾ ਗਿਆ ਉਹ ਅਸੀਂ ਅਗਲੀ ਲਾਈਨ ਵਿੱਚ ਦੇਖਾਂਗੇ। The choice of roles was easy because the mechanic was totally blind and driver had only one arm। ਤੇ ਕਿਹਾ ਗਿਆ ਕਿ ਹੁਣ ਦੋਨਾਂ ਵਾਸਤੇ ਆਪਣਾ ਆਪਣਾ ਰੋਲ ਚੁਣਨਾ ਬਹੁਤ ਈਜ਼ੀ ਸੀਗਾ, ਕਿਉਂਕਿ ਜਿਹੜਾ ਮਕੈਨਿਕ ਹੈ ਜਿਹੜਾ ਧੱਕਾ ਲਾ ਰਿਹਾ ਸੀਗਾ ਉਹ ਟੋਟਲੀ ਬਲਾਈਂਡ ਸੀ, ਉਸਨੂੰ ਕੁਝ ਦਿਖਾਈ ਨਹੀਂ ਸੀ ਦਿੰਦਾ, ਤੇ ਜਿਹੜਾ ਡਰਾਈਵਰ ਸੀਗਾ ਉਹਦਾ ਇਕੱਲਾ ਇੱਕੋ ਹੀ ਹੱਥ ਸੀਗਾ, ਤੇ ਜਿਸ ਹੱਥ ਤੋਂ ਉਸਨੇ ਟਰੋਲੀ ਫੜੀ ਹੋਈ ਸੀ ਤੇ ਪੈਰ ਨਾਲ ਉਹਨੂੰ ਡਾਇਰੈਕਸ਼ਨ ਦੇ ਰਿਹਾ ਸੀਗਾ।
ਦੇ ਪੁੱਟ ਔਨ ਕੁਆਇਟ ਅ ਸ਼ੋ ਡੈਟ ਡੇ। ਤੇ ਕੁਆਇਟ ਅ ਸ਼ੋ ਡੈਟ ਡੇ ਦਾ ਮਤਲਬ ਕਿ ਬਹੁਤ ਵਧੀਆ ਉਹਨਾਂ ਨੇ ਤਮਾਸ਼ਾ ਦਿਖਾਇਆ। ਜਜਿੰਗ ਬਾय ਦ ਲਾਫਟਰ ਐਂਡ ਸ਼ਾਊਟਸ ਆਫ encouragement from the rest of the patients, it was much better entertainment than anything anyone puts on at the Indianapolis 500 car race। ਤੇ ਇੱਥੇ ਕਿਹਾ ਗਿਆ ਕਿ ਜੇ ਬਾਕੀ ਪੇਸ਼ੈਂਟਸ ਦੀ ਅਸੀਂ ਲਾਫਟਰ ਜਾਂ ਸ਼ਾਊਟਸ ਤੋਂ ਅਸੀਂ ਚੈੱਕ ਕਰੀਏ ਤੋਂ ਜੱਜ ਕਰੀਏ ਤਾਂ ਉਹਨਾਂ ਨੇ ਬਹੁਤ ਵਧੀਆ ਤਰ੍ਹਾਂ ਸਾਰਿਆਂ ਨੂੰ ਐਂਟਰਟੇਨ ਕੀਤਾ। ਤੇ ਜਿੰਨਾ ਇੰਡੀਆਨਾ ਪੁਲਿਸ 500 ਕਾਰ ਰੇਸ, ਜਿਵੇਂ ਕਾਰ ਰੇਸਿੰਗ ਤੋਂ ਐਂਟਰਟੇਨਮੈਂਟ ਆਉਂਦਾ ਜਿਹੜਾ, ਉਸ ਤੋਂ ਵੀ ਵਧੀਆ ਤਰ੍ਹਾਂ ਉਹਨਾਂ ਨੇ ਐਂਟਰਟੇਨ ਕੀਤਾ। There was a grand finale of scattered plates and silverware before the nurse and ward sister caught up with them, scolded them and put them back to bed। ਤੇ ਹੁਣ ਟਰਾਲੀ ਵਿੱਚ ਜਿਹੜੀ ਪਲੇਟਾਂ ਪਈਆਂ ਸੀਗਾ ਉਹ ਸਾਰੀਆਂ ਖਿੱਲਰ ਗਈਆਂ ਕਿਉਂਕਿ ਟਰਾਲੀ ਚਲਾ ਰਹੇ ਨੇ। ਤੇ ਸਿਲਵਰਵੇਅਰ ਹੁੰਦਾ ਚਾਂਦੀ ਦੇ ਬਰਤਨ, ਉਹ ਵੀ ਸਾਰੇ ਇੱਧਰ ਉੱਧਰ ਫਰਸ਼ 'ਤੇ ਖਿੱਲਰ ਗਏ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਨਰਸ ਆਈ ਤੇ ਵਾਰਡ ਸਿਸਟਰ ਆਈ ਤੇ ਉਹਨਾਂ ਨੇ ਉਹਨੂੰ ਫੜ ਲਿਆ, ਉਹਨਾਂ ਨੂੰ ਗੁੱਸੇ ਹੋਈ ਤੇ ਉਹਨਾਂ ਨੂੰ ਬੈੱਡ ਦੇ ਉੱਪਰ ਵਾਪਸ ਬਿਠਾ ਦਿੱਤਾ। ਲੈਟ ਮੀ ਟੈਲ ਯੂ ਅਬਾਊਟ ਥੀਸ ਟੂ। ਦ ਮਕੈਨਿਕ ਵਾਜ਼ ਆਲ ਆਫ 7 years old। ਤੇ ਜਿਹੜਾ ਮਕੈਨਿਕ ਹੈ ਉਹ ਸਿਰਫ 7 ਸਾਲਾਂ ਦਾ ਸੀ। One night, when his mother and father were drunk, his mother threw a lantern at his father, missed, and the lantern broke over the child's head and shoulders। ਤੇ ਕੀ ਹੋਇਆ ਕਿ ਇੱਕ ਰਾਤ ਉਸਦੇ ਮਾਤਾ ਤੇ ਪਿਤਾ ਨੇ, ਮਦਰ ਤੇ ਫਾਦਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਦੋਨੋਂ ਆਪਸ ਵਿੱਚ ਲੜ ਪਏ। ਤੇ ਉਸ ਤੋਂ ਬਾਅਦ ਮਦਰ ਨੇ ਕੀ ਕੀਤਾ ਕਿ ਫਾਦਰ ਦੇ ਉੱਪਰ ਲਾਲਟੇਨ ਸੁੱਟੀ ਤੇ ਫਾਦਰ ਨੂੰ ਮਿਸ ਕਰ ਗਈ। ਤੇ ਪਿੱਛੇ ਬੱਚਾ ਬੈਠਾ ਸੀਗਾ ਜਿਹਨੂੰ ਮਕੈਨਿਕ ਕਿਹਾ ਗਿਆ ਤੇ ਉਸ ਬੱਚੇ ਤੇ ਜਾ ਕੇ ਵੱਜੀ ਤੇ ਲਾਲਟੇਨ ਟੁੱਟ ਗਈ। ਓਵਰ ਦਾ ਚਾਈਲਡਸ ਹੈਡ ਐਂਡ ਸ਼ੋਲਡਰਸ, ਉਹਦੇ ਸਿਰ ਤੇ ਮੋਢੇ ਦੇ ਜਾ ਕੇ ਉਹ ਲਾਲਟੇਨ ਟੁੱਟ ਗਈ। ਹੀ ਸਫਰਡ ਸੀਵੀਅਰ 3rd degree burns on the upper part of his body and lost both his eyes। ਤੇ ਹੁਣ ਆਪ ਸਾਰਿਆਂ ਨੂੰ ਪਤਾ ਹੀ ਵੀ ਲਾਲਟੇਨ ਵਿੱਚ ਤੇਲ ਵਗੈਰਾ ਹੁੰਦਾ ਤੇ ਜਿਸ ਕਾਰਨ ਕੀ ਹੋਇਆ ਤੇ ਉਹਦਾ ਪੂਰਾ ਸਰੀਰ ਹੈ ਉੱਪਰਲਾ ਹਿੱਸਾ ਸਰੀਰ ਦਾ ਪੂਰੀ ਤਰ੍ਹਾਂ ਨਾਲ ਜਲ ਗਿਆ। ਹੀ ਸਫਰਡ ਸੀਵੀਅਰ 3rd degree burns, ਕਿ 3rd degree burns ਸੀ, ਬਹੁਤ ਜ਼ਿਆਦਾ ਉਹ ਜਲ ਗਿਆ ਉਸਦਾ ਬੋਡੀ ਦਾ ਉੱਪਰਲਾ ਹਿੱਸਾ ਤੇ ਉਸ ਦੀ ਅੱਖਾਂ ਵੀ ਚਲੀਆਂ ਗਈਆਂ, ਉਸ ਦੀ ਅੱਖਾਂ ਦੀ ਰੋਸ਼ਨੀ ਹੈ ਉਸ ਕਾਰਨ ਚਲੀ ਗਈ। At the time of Grand Prix, he was a walking horror with a disfigured face and a long flap of skin hanging from side of his neck to his body। ਇਹ ਜਦੋਂ ਗ੍ਰੈਂਡ ਪ੍ਰਿਕਸ ਵਾਲੀ ਘਟਨਾ ਹੋਈ ਐਟ ਦਾ ਟਾਈਮ ਆਫ ਗ੍ਰੈਂਡ ਪ੍ਰਿਕਸ, ਜਦੋਂ ਉਹ ਟਰਾਲੀ ਚਲਾ ਰਹੇ ਸੀਗੇ, ਹੀ ਵਾਜ਼ ਅ ਵਾਕਿੰਗ ਹੌਰਰ, ਮੀਨਸ ਕਿ ਉਹਨੂੰ ਦੇਖ ਕੇ ਬਹੁਤ ਡਰ ਲੱਗ ਰਿਹਾ ਸੀਗਾ। ਕਿਉਂ? ਵਿਦ ਅ ਡਿਸਫਿਗਰਡ ਫੇਸ, ਕਿਉਂਕਿ ਉਸਦਾ ਫੇਸ ਹੈ ਉਹ ਜਲ ਚੁੱਕਿਆ ਸੀਗਾ ਤੇ ਉਹ ਡਿਸਫਿਗਰ ਹੋ ਗਿਆ ਸੀਗਾ। ਐਂਡ ਲੌਂਗ ਫਲੈਪ ਆਫ ਸਕਿਨ ਹੈਂਗਿੰਗ ਫਰੋਮ ਸਾਈਡ ਆਫ ਹਿਸ ਨੈਕ ਟੂ ਹਿਸ ਬੋਡੀ। ਤੇ ਕੀ ਹੋਇਆ ਕਿ ਜਲਣ ਕਾਰਨ ਉਸਦੀ ਗਰਦਨ ਤੋਂ ਉਸਦੀ ਬੋਡੀ ਤੇ ਨਾ ਮਾਸ ਦਾ ਟੁਕੜਾ, ਸਕਿਨ ਦਾ ਟੁਕੜਾ ਲਟਕ ਰਿਹਾ ਸੀ। ਐਜ਼ ਦਾ ਵਾਊਂਡ ਹੀਲਡ ਅਰਾਊਂਡ ਹਿਸ ਨੈਕ, his lower jaw became gripped in a mass of fibrous tissue। ਤੇ ਜਦੋਂ ਗਰਦਨ ਦੇ ਦੁਆਲੇ ਉਸਦਾ ਜਿਹੜਾ ਜ਼ਖਮ ਹੈ ਉਹ ਠੀਕ ਹੋ ਰਿਹਾ ਸੀਗਾ ਤੇ his lower jaw became gripped in a mass of fibrous tissue। ਤੇ ਜਦੋਂ ਉਸਦਾ ਮੀਨਸ ਕਿ ਰਿਕਵਰ ਹੋ ਰਿਹਾ ਸੀਗਾ ਜ਼ਖਮ ਗਰਦਨ ਦਾ ਤੇ ਉਸਦਾ ਜਿਹੜਾ ਜਬਾੜ ਹੈ ਉਹ ਜਕੜਿਆ ਗਿਆ ਸੀਗਾ। ਤੇ ਕਿਹਨਾਂ ਵਿੱਚ ਜਕੜਿਆ ਜਾ ਰਿਹਾ ਸੀਗਾ? ਇਨ ਅ ਮਾਸ ਆਫ ਫਾਈਬਰਸ ਟਿਸ਼ੂ, ਜਿਹੜੇ ਸਾਡੇ ਮਾਸਪੇਸ਼ੀਆਂ ਵਿੱਚ ਜਿਹੜੇ ਟਿਸ਼ੂਸ ਹੁੰਦੇ ਆ ਉਹਨਾਂ ਵਿੱਚ ਉਸਦਾ ਲੋਅਰ ਜੋ ਹੈ ਉਹ ਜਕੜਿਆ ਜਾ ਰਿਹਾ ਸੀਗਾ। The only way this little boy could open his mouth was to raise his head। ਤੇ ਹੁਣ ਉਸ ਬੱਚਾ ਇੱਕੋ ਹੀ ਤਰੀਕੇ ਨਾਲ ਮੂੰਹ ਖੋਲ ਸਕਦਾ ਕਿਸ ਤਰ੍ਹਾਂ ਕਿ ਆਪਣਾ ਸਰ ਉੱਪਰ ਕਰੇ ਤੇ ਉਹ ਫਿਰ ਹੀ ਉਹ ਆਪਣਾ ਮੂੰਹ ਹੈ ਖੋਲ ਸਕਦਾ ਹੈ। When I stopped by to see him after the race, he said, "You know we won," and he was laughing। ਤੇ ਰੇਸ ਤੋਂ ਬਾਅਦ ਜਦੋਂ ਡਾਕਟਰ ਬਰਨਾਰਡ ਉਹਨੂੰ ਦੇਖਣ ਲਈ ਰੁਕਿਆ ਤੇ ਉਸਨੇ ਕਿਹਾ ਕਿ ਤੁਸੀਂ ਦੇਖਿਆ ਕਿ ਅਸੀਂ ਜਿੱਤ ਗਏ, ਤੇ ਉਹ ਹੱਸਣ ਲੱਗਿਆ। ਤੇ ਹੁਣ ਅਸੀਂ ਦੇਖਿਆ ਕਿ ਉਸ ਬੱਚੇ ਨੂੰ ਕਿੰਨੀ ਪ੍ਰੋਬਲਮਸ ਹੈ ਕਿ ਉਸਦੇ ਪੂਰਾ ਸਰੀਰ ਹੈ ਉਹ ਜਲਿਆ ਹੋਇਆ, ਉੱਪਰਲਾ ਹਿੱਸਾ ਉਸਨੂੰ ਦਿਖਾਈ ਕੁਛ ਨਹੀਂ ਦਿੰਦਾ, ਮਾਸ ਲਟਕ ਰਿਹਾ, ਮੂੰਹ ਵੀ ਨਹੀਂ ਖੁੱਲਦਾ, ਫਿਰ ਵੀ ਉਹ ਹੱਸ ਕੇ ਕਹਿ ਰਿਹਾ ਕਿ ਤੁਸੀਂ ਦੇਖਿਆ ਅਸੀਂ ਜਿੱਤ ਗਏ। ਕਿੰਨਾ ਖੁਸ਼ ਮਿਜ਼ਾਜ ਹੈ। ਦ ਟਰਾਲੀਸ ਡਰਾਈਵਰ ਆਈ ਨਿਊ ਬੈਟਰ, ਕਿ ਡਾਕਟਰ ਇਹ ਕਹਿ ਰਹੇ ਨੇ ਕਿ ਹੁਣ ਟਰਾਲੀ ਦੇ ਡਰਾਈਵਰ ਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ। ਅ ਫਿਊ ਈਅਰਸ earlier I had successfully closed a hole in his heart। ਤੇ ਪਹਿਲਾਂ ਉਸਦੇ ਦਿਲ ਵਿੱਚ ਇੱਕ ਛੇਕ ਸੀਗਾ ਤੇ ਮੈਂ ਕੁਝ ਸਾਲ ਪਹਿਲਾਂ ਹੀ ਉਸ ਛੇਕ ਨੂੰ ਠੀਕ ਕੀਤਾ ਸੀਗਾ। He had returned to the hospital because he had a malignant tumor of the bone। ਤੇ ਹੁਣ ਉਹ ਰੈੱਡ ਕਰਾਸ ਹਸਪੀਟਲ ਵਿੱਚ ਵਾਪਸ ਕਿਉਂ ਆਇਆ? ਕਿਉਂਕਿ ਉਸਦੇ ਬੋਨ, ਜਿਸ ਦਾ ਅਰਥ ਹੈ ਬੋਨ ਮੈਰੋ ਵਿੱਚ ਮੈਲਿਗਨੈਂਟ ਟਿਊਮਰ ਸੀ
ਤੇ ਮੈਲਿਗਨੈਂਟ ਕੀ ਹੁੰਦਾ ਹੈ? ਤੇ ਗਲੋਸਰੀ ਵਿੱਚ ਵੀ ਲਿਖਿਆ ਹੋਇਆ ਹੈ ਡਿਜ਼ੀਜ਼ ਡੈਟ ਕੈਨੋਟ ਬੀ ਕੰਟਰੋਲਡ ਐਂਡ ਲਾਈਕਲੀ ਟੂ ਕਾਜ਼ ਡੈਥ। ਤੇ ਉਹ ਟਿਊਮਰ ਸੀਗਾ ਉਸਦੇ ਬੋਨ ਦੇ ਵਿੱਚ, ਬੋਨ ਮੈਰੋ ਦੇ ਵਿੱਚ, ਜਿਸ ਕਾਰਨ ਉਸਦੀ ਮੌਤ ਹੈ ਉਹ ਹੋਣ ਵਾਲੀ ਸੀ। A few days before the race, his shoulder and arm were amputated. ਤੇ ਹੁਣ amputate ਦਾ ਅਰਥ ਅਸੀਂ ਦੇਖਾਂਗੇ ਗਲੋਸਰੀ ਵਿੱਚ, ਤੇ ਉਸ ਦਾ ਅਰਥ ਹੈ to cut off somebody's arm or leg in medical operation। ਤੇ ਹੁਣ ਸਾਨੂੰ ਇਹ ਪਤਾ ਲੱਗਿਆ ਵੀ ਇਸ ਰੇਸ ਤੋਂ ਕੁਝ ਦਿਨ ਪਹਿਲਾਂ ਤੇ ਕਿ ਉਸ ਬੱਚੇ ਦੀ ਬਾਂਹ ਹੈ ਤੇ ਜਿਹੜਾ ਮੁੱਢਾ ਉਹ ਕੱਟਿਆ ਗਿਆ ਸੀਗਾ, ਤੇ ਮੈਡੀਕਲ ਆਪਰੇਸ਼ਨ ਵਿੱਚ ਕੱਟਣਾ ਪਿਆ ਸੀਗਾ ਕਿਉਂਕਿ ਉਸ ਨੂੰ ਟਿਊਮਰ ਸੀਗਾ, ਤਾਂ ਕਿ ਟਿਊਮਰ ਬੋਡੀ ਵਿੱਚ ਹੋਰ ਨਾ ਫੈਲ ਜਾਏ। ਹੋ ਸਕਦਾ ਕਿ ਉਸ ਦੀ ਬਾਂਹ ਵਿੱਚ ਪਹਿਲੇ ਟਿਊਮਰ ਆ ਚੁੱਕਿਆ ਹੋਣਾ, ਤੇ ਇਸ ਕਰਕੇ ਉਸ ਦੇ ਮੋਢੇ ਤੇ ਉਸ ਦੀ ਬਾਂਹ ਨੂੰ ਪਹਿਲਾਂ ਕੱਟਣਾ ਪਿਆ ਸੀਗਾ। ਦੇਅਰ ਵਾਸ ਲਿਟਲ ਹੋਪ ਆਫ ਹਿਸ ਰਿਕਵਰਿੰਗ। ਤੇ ਹੁਣ ਉਸ ਦੀ ਰਿਕਵਰ ਹੋਣ ਦੀ, ਉਸਦੇ ਠੀਕ ਹੋਣ ਦੀ ਉਮੀਦ ਬਹੁਤ ਹੀ ਘੱਟ ਸੀਗੀ। ਆਫਟਰ ਗ੍ਰੈਂਡ ਪ੍ਰਿਕਸ ਹੀ ਪ੍ਰਾਊਡਲੀ ਇਨਫੋਰਮ ਮੀ ਡੈਟ ਦ ਰੇਸ ਵਾਜ਼ ਅ ਸਕਸੈਸ। ਤੇ ਹੁਣ ਜਦੋਂ ਗ੍ਰੈਂਡ ਪ੍ਰਿਕਸ ਹੋਈ, ਉਸਨੇ ਟਰੋਲੀ ਵਧੀਆ ਤਰੀਕੇ ਨਾਲ ਚਲਾਈ, ਤੇ ਉਹਨੇ ਡਾਕਟਰ ਨੂੰ ਦੱਸਿਆ, ਨੇ ਮੈਨੂੰ ਦੱਸਿਆ ਕਿ ਜਿਹੜੀ ਰੇਸ ਹੈ ਬਹੁਤ ਜ਼ਿਆਦਾ ਕਾਮਯਾਬ ਹੋਈ। ਦ ਓਨਲੀ ਪ੍ਰੋਬਲਮ ਵਾਜ਼ ਡੈਟ ਦ ਟਰੋਲੀਜ਼ ਵੀਲਸ ਵਰ ਨਾਟ ਪ੍ਰੋਪਰਲੀ ਆਇਲਡ, ਬਟ ਹੀ ਵਾਜ਼ ਅ ਗੁੱਡ ਡਰਾਈਵਰ ਐਂਡ ਹੀ ਹੈਡ ਫੁੱਲ ਕੌਨਫੀਡੈਂਸ ਇਨ ਦ ਮਕੈਨਿਕ। ਤੇ ਹੁਣ ਉਸਨੇ ਡਾਕਟਰ ਨੂੰ ਕਿਹਾ ਵੀ ਇੱਕੋ ਹੀ ਪ੍ਰੋਬਲਮ ਸੀਗੀ ਇਸ ਗ੍ਰੈਂਡ ਪ੍ਰਿਕਸ ਵਿੱਚ। ਕੀ ਪ੍ਰੋਬਲਮ ਸੀਗੀ? ਕਿ ਜਿਹੜੇ ਟਰੋਲੀ ਦੇ ਪਹੀਏ ਸੀਗੇ ਉਹ ਪ੍ਰੋਪਰਲੀ ਆਇਲ ਨਹੀਂ ਸੀਗੇ, ਕਿ ਜਦੋਂ ਪ੍ਰੋਪਰਲੀ ਆਇਲ ਹੁੰਦੇ ਤਾਂ ਵਧੀਆ ਤਰੀਕੇ ਨਾਲ ਸਮੂਥ ਚੱਲਦੇ ਨੇ, ਤੇ ਪ੍ਰੋਪਰਲੀ ਆਇਲ ਨਹੀਂ ਸੀਗੇ, ਜਿਸ ਕਰਕੇ ਟਰੋਲੀ ਬਿਲਕੁਲ ਇੰਨੀ ਜ਼ਿਆਦਾ ਸਮੂਥ ਹੈ ਉਹ ਚੱਲ ਨਹੀਂ ਸੀ ਰਹੀ। ਬਟ ਕੀ ਹੈ ਕਿ ਉਹ ਵਧੀਆ ਡਰਾਈਵਰ ਸੀਗਾ, ਤੇ ਉਹਨੂੰ ਆਪਣੇ ਮਕੈਨਿਕ ਤੇ ਜਿਹੜਾ ਕਿ ਬੰਦਾ ਧੱਕਾ ਲਾ ਰਿਹਾ ਉਸ ਤੇ ਪੂਰਾ ਕੌਨਫੀਡੈਂਸ ਸੀਗਾ। Suddenly, I realized that these two children had given me a profound lesson in getting on with the business of living। ਤੇ ਉਸ ਤੋਂ ਬਾਅਦ ਲੇਖਕ ਇਹ ਕਹਿ ਰਿਹਾ ਕਿ ਅਚਾਨਕ ਹੀ ਉਹ ਦੋ ਬੱਚਿਆਂ ਨੇ ਮੈਨੂੰ ਇੱਕ ਪ੍ਰੋਫਾਊਂਡ ਲੈਸਨ, ਇੱਕ ਡੂੰਘਾ ਪਾਠ ਪੜ੍ਹਾਇਆ। ਕੀ ਪਾਠ ਪੜ੍ਹਾਇਆ? ਕਿ ਗੈਟਿੰਗ ਔਨ ਵਿਦ ਦ ਬਿਜ਼ਨਸ ਆਫ ਲਿਵਿੰਗ, ਕਿ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀ ਕੇ ਮੈਂ ਅੱਗੇ ਵਧਾਂ। ਬਿਕੋਜ਼ ਦ ਬਿਜ਼ਨਸ ਆਫ ਲਿਵਿੰਗ ਇਜ਼ ਜੋਏ ਇਨ ਦ ਰੀਅਲ ਸੈਂਸ ਆਫ ਵਰਡ, ਨਾਟ ਜਸਟ ਸਮਥਿੰਗ ਫॉर ਪਲੇਜ਼ਰ, ਅਮਿਊਜ਼ਮੈਂਟ, ਰੀਕ੍ਰੀਏਸ਼ਨ। ਇਸ ਤੋਂ ਬਾਅਦ ਕਿਹਾ ਗਿਆ ਕਿ ਜ਼ਿੰਦਗੀ ਜੀਣ ਦਾ ਅਰਥ ਹੈ ਜੋਏ ਹੈ, ਜਿਸ ਦਾ ਅਰਥ ਹੈ ਆਨੰਦ ਹੈ ਪੂਰਾ, ਕਿ ਨਾਟ ਜਸਟ ਸਮਥਿੰਗ ਫॉर ਪਲੇਜ਼ਰ, ਸਿਰਫ ਖੁਸ਼ੀ ਤੇ ਮਨੋਰੰਜਨ ਜਾਂ ਅਮਿਊਜ਼ਮੈਂਟ, ਰੀਕ੍ਰੀਏਸ਼ਨ ਦਾ ਅਰਥ ਹੈ ਮਨੋਰੰਜਨ। ਕਿ ਜ਼ਿੰਦਗੀ ਜੀਣ ਦਾ ਅਰਥ ਹੈ ਬਿਲਕੁਲ ਪੂਰਾ ਜੋਏ ਹੈ, ਪੂਰਾ ਆਨੰਦ ਹੈ, ਨਾ ਕਿ ਸਿਰਫ ਖੁਸ਼ੀ ਵਾਸਤੇ ਜਾਂ ਮਨੋਰੰਜਨ ਵਾਸਤੇ। ਤੇ ਇਸ ਦਾ ਅਰਥ ਹੈ ਕਿ ਸਾਨੂੰ ਹਮੇਸ਼ਾ ਆਨੰਦਿਤ ਰਹਿਣਾ ਚਾਹੀਦਾ ਹੈ, ਤੇ ਉਹ ਜਿਹੜਾ ਸਾਨੂੰ ਆਨੰਦ ਪ੍ਰਾਪਤ ਹੁੰਦਾ ਉਹ ਜਿਹੜਾ ਪੈਸਿਆਂ ਨਾਲ ਸਾਨੂੰ ਪਲੇਜ਼ਰ ਮਿਲਦਾ, ਖੁਸ਼ੀ ਮਿਲਦੀ ਹੈ, ਜਾਂ ਅਮਿਊਜ਼ਮੈਂਟ ਜਾਂ ਰੀਕ੍ਰੀਏਸ਼ਨ, ਮਨੋਰੰਜਨ ਮਿਲਦਾ, ਉਸ ਤੋਂ ਕਈ ਜ਼ਿਆਦਾ ਵੱਧ ਕੇ ਹੈ। ਦ ਬਿਜ਼ਨਸ ਆਫ ਲਿਵਿੰਗ ਇਜ਼ ਦ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ। ਤੇ ਹੁਣ ਸਾਡੇ ਚੈਪਟਰ ਦਾ ਨਾਮ ਵੀ ਆ ਗਿਆ ਦ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ, ਤੇ ਇਹ ਸਾਡੇ ਚੈਪਟਰ ਦਾ ਥੀਮ ਵੀ ਹੈ। ਤੇ ਇਸ ਵਿੱਚ ਕੀ ਕਿਹਾ ਗਿਆ ਕਿ ਜ਼ਿੰਦਗੀ ਜੀਣ ਦਾ ਅਰਥ ਕੀ ਹੈ, ਦ ਬਿਜ਼ਨਸ ਆਫ ਲਿਵਿੰਗ ਕੀ ਹੈ, ਕਿ ਅਸੀਂ ਉਹ ਸੈਲੀਬ੍ਰੇਟ ਕਰੀਏ ਕਿ ਅਸੀਂ ਜਿਉਂਦੇ ਹਾਂ, ਤੇ ਇਹ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਪਲ ਜੀ ਰਹੇ ਹਾਂ। I had been looking at suffering from the wrong end। ਤੇ ਹੁਣ ਡਾਕਟਰ ਬਰਨਰਡ ਕਹਿ ਰਹੇ ਨੇ ਕਿ ਮੈਂ ਦੁੱਖਾਂ ਨੂੰ ਦੂਜੇ ਗਲਤ ਪਾਸਿਓਂ ਦੇਖੀ ਜਾ ਰਿਹਾ ਸੀ। ਤੇ ਦੋਸਤੋ, ਅਸੀਂ ਸ਼ੁਰੂ ਵਿੱਚ ਦੇਖਿਆ ਕਿ ਡਾਕਟਰ ਬਰਨਰਡ ਦੇ ਮਨ ਵਿੱਚ ਇਹ ਵਿਚਾਰ ਆ ਰਹੇ ਸੀਗੇ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਕਿ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਹੋਇਆ, ਕਿ ਮੈਨੂੰ ਤਾਂ ਹੋਰ ਵੀ ਕੰਮ ਹੈ, ਮੇਰੀ ਵਾਈਫ ਨੇ ਬੇਬੀ ਨੂੰ ਲੁੱਕ ਆਫਟਰ ਵੀ ਕਰਨਾ ਹੈ, ਤੇ ਮੈਂ ਪੇਸ਼ੈਂਟਸ ਨੂੰ ਵੀ ਟਰੀਟ ਕਰਨਾ ਹੈ। ਤੇ ਉਹੀ ਹੁਣ ਡਾਕਟਰ ਕਹਿ ਰਹੇ ਨੇ ਕਿ ਉਹ ਗਲਤ ਨਜ਼ਰੀਏ ਨਾਲ ਆਪਣੀ ਸਫਰਿੰਗ ਨੂੰ ਦੇਖ ਰਹੇ ਸੀਗੇ। You don't become a better person because you are suffering, but you become a better person because you have experienced suffering। ਤੇ ਦੋਸਤੋ, ਇਹਨਾਂ ਲਾਈਨਾਂ ਦਾ ਬਹੁਤ ਹੀ ਡੂੰਘਾ ਤੇ ਗਹਿਰਾ ਮੀਨਿੰਗ ਹੈ, ਤੇ ਇਹਨਾਂ ਵਿੱਚ ਇਹ ਕਿਹਾ ਗਿਆ ਕਿ you don't become a better person because you are suffering, ਕਿ ਤੁਸੀਂ ਦੁੱਖ ਝੱਲੇ ਨੇ ਇਸ ਕਰਕੇ ਤੁਸੀਂ ਬੈਟਰ ਪਰਸਨ ਨਹੀਂ ਹੋ, ਜਾਂ ਇਸ ਕਰਕੇ ਬੈਟਰ ਪਰਸਨ ਨਹੀਂ ਬਣੇ, ਬਟ ਯੂ ਬਿਕਮ ਅ ਬੈਟਰ ਪਰਸਨ ਬਿਕੋਜ਼ ਯੂ ਹੈਵ ਐਕਸਪੀਰੀਅੰਸਡ ਸਫਰਿੰਗ। ਤੇ ਜੋ ਦੁੱਖਾਂ ਤੋਂ ਤੁਹਾਨੂੰ ਦੁੱਖ ਚੱਲ ਕੇ ਤੁਹਾਨੂੰ ਜਿਹੜਾ ਐਕਸਪੀਰੀਅੰਸ ਮਿਲਿਆ, ਜਿਹੜਾ ਤਜਰਬਾ ਮਿਲਿਆ, ਤੇ ਉਸ ਤਜਰਬੇ ਦੇ ਕਾਰਨ ਤੁਸੀਂ ਬੈਟਰ ਪਰਸਨ ਹੋ, ਬਣੇ ਹੋ। We can't appreciate light if we haven't known darkness, nor can we appreciate warmth if we have never suffered cold। ਤੇ ਇਸ ਤੋਂ ਬਾਅਦ ਕਿਹਾ ਗਿਆ ਕਿ ਜੇ ਅਸੀਂ ਡਾਰਕਨੈਸ ਦੇਖੀ ਹੀ ਨਹੀਂ ਹੈ ਤਾਂ ਅਸੀਂ ਲਾਈਟ ਨੂੰ ਕਿਵੇਂ ਐਪਰੀਸ਼ੀਏਟ ਕਰ ਸਕਦੇ ਹਾਂ। ਤੇ ਉਸੇ ਤਰ੍ਹਾਂ ਜੇ ਸਾਨੂੰ ਕਦੇ ਠੰਡ ਹੈ, ਸਰਦੀ ਹੈ ਮਹਿਸੂਸ ਹੀ ਨਹੀਂ ਹੋਈ, ਤਾਂ ਅਸੀਂ ਵਾਰਮਥ ਨੂੰ ਜਾਂ ਗਰਮੀ ਨੂੰ ਕਿਵੇਂ ਐਪਰੀਸ਼ੀਏਟ ਹੈ ਉਹ ਕਰ ਸਕਦੇ ਹਾਂ। These children showed me that it's not what you have lost that's important. What is important is what you have been left with।
ਤੇ ਇਹ ਦੋ ਬੱਚਿਆਂ ਨੇ ਮੈਨੂੰ ਸਿਖਾਇਆ ਕਿ ਜਿਹੜਾ ਅਸੀਂ ਲੌਸ ਕਰ ਦਿੱਤਾ ਹੈ, ਜਿਹੜਾ ਅਸੀਂ ਜੋ ਚੀਜ਼ ਅਸੀਂ ਗਵਾ ਚੁੱਕੇ ਹਾਂ ਉਹ ਜ਼ਰੂਰੀ ਨਹੀਂ ਹੈ, ਕਿ ਇਹ ਚੀਜ਼ ਜ਼ਰੂਰੀ ਹੈ ਜੋ ਸਾਡੇ ਕੋਲ ਬਚਿਆ ਹੋਇਆ ਹੈ। ਤੇ ਹੁਣ ਸਾਡੇ ਹੱਥ ਵਿੱਚ ਕੀ ਹੈ ਕਿ ਵੀ ਆਰ ਅਲਾਈਵ, ਅਸੀਂ ਜਿਉਂਦੇ ਹਾਂ ਤੇ ਸਾਨੂੰ ਇਸ ਗੱਲ ਨੂੰ ਸੈਲੀਬ੍ਰੇਟ ਹੈ ਉਹ ਕਰਨਾ ਚਾਹੀਦਾ, ਤੇ ਇਹੀ ਇਸ ਚੈਪਟਰ ਦੀ ਥੀਮ ਹੈ। ਤੇ ਇਸ ਗੱਲ ਨੂੰ ਡਾਕਟਰ ਬਰਨਨ ਨੇ ਗ੍ਰੈਂਡ ਫਲਿਕਸ ਵਾਲੀ ਘਟਨਾ ਤੋਂ ਰਿਅਲਾਈਜ਼ ਕੀਤਾ ਤੇ ਸਾਨੂੰ ਇਸ ਪਾਠ ਵਿੱਚ ਇਹੀ ਸੁਨੇਹਾ ਦਿੱਤਾ। ਤੇ ਦੋਸਤੋ, ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਤੇ ਆਪ ਸਾਰਿਆਂ ਨੂੰ ਸਾਡੀ ਛੋਟੀ ਜਿਹੀ ਕੋਸ਼ਿਸ਼ ਹੈ ਬਹੁਤ ਹੀ ਵਧੀਆ ਲੱਗੀ ਹੋਵੇਗੀ। ਅਗਲੇ ਵੀਡੀਓ ਵਿੱਚ ਅਸੀਂ ਇਸ ਪਾਠ ਦੇ ਸ਼ਾਰਟ ਅਤੇ ਲੌਂਗ ਕੁਐਸਚਨ ਆਨਸਰ ਕਰਾਂਗੇ। ਉਦੋਂ ਤੱਕ ਦਿਓ ਇਜਾਜ਼ਤ ਐਂਡ ਥੈਂਕ ਯੂ ਫॉर ਵਾਚਿੰਗ।